जियो पिंड सब तेरा, कहो नानक सब तेरी वड्याई। कोई नाओ न जाने मेरा, ज्यों बुलाव त्यों बोला स्वामी। कुदरत कमन हमारे, साध संग नानक जस गायो। जो प्रभ के अत प्यारे, बाणी गुरु गुरु है बाणी, बिच बाणी अमृत सारे। गुरबाणी कहे सेवक जन मानै, प्रतख गुरु निस्तारै। वाहिगुरु जी का खालसा, वाहिगुरु जी की फतेह। सो अज दी एक कथा धन धन साहिब श्री गुरु ग्रंथ साहिब महाराज जी दे हरमंदर साहिब के अंदर पहले प्रकाश ਨੂੰ समर्पित है। आओ कुछ इतिहास ਦੀਆਂ ਵਿਚਾਰਾਂ ਕਰਨ ਦਾ ਯਤਨ ਕਰੀਏ। ਸਮਾਂ ਉਹ ਸੀ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਰਹਿਮਤਾਂ ਬਰਸਾਉਂਦੇ ਨੇ ਔਰ ਆ ਕੇ ਸਿੱਖ ਸੰਗਤਾਂ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ। ਔਰ ਉਸ ਸਮੇਂ ਗੁਰੂ ਨਾਨਕ ਦੇ ਫਲਸਫੇ ਦੀ ਜਿਹੜੀ ਵਿਚਾਰਧਾਰਾ ਸੀ ਇਹ ਸੰਸਾਰ ਦੇ ਅੰਦਰ ਬੜੀ ਪ੍ਰਚਲਿਤ ਹੋ ਰਹੀ ਸੀ। ਔਰ ਜਿੱਥੇ ਸੰਸਾਰ ਦੇ ਅੰਦਰ ਸੱਚ ਹੁੰਦਾ ਹੈ ਉੱਥੇ ਝੂਠ ਦਾ ਪਸਾਰਾ ਜਿਹੜਾ ਉਹ ਵੀ ਪਿੱਛੇ ਨਹੀਂ ਰਹਿੰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਦੀ ਜੋਤ, ਭਣ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਪਰਮਾਤਮਾ ਦਾ ਰੂਪ ਨੇ ਔਰ ਇਹ ਸੰਸਾਰ ਦੇ ਅੰਦਰ ਨਾਮ ਦੇ ਛੱਟੇ ਦੇ ਰਹੇ ਨੇ। ਔਰ ਉਹਨਾਂ ਦਿਨਾਂ ਦੇ ਅੰਦਰ ਘਰ ਦੇ ਵਿੱਚੋਂ ਸਤਿਗੁਰਾਂ ਦਾ ਵਿਰੋਧ ਹੋਇਆ। ਵੱਡੇ ਭਰਾਤਾ ਪਿਰਥੀ ਚੰਦ ਜੀ ਨੇ ਵਿਰੋਧ ਕੀਤਾ ਔਰ ਜਦੋਂ ਸਤਿਗੁਰਾਂ ਨੇ ਯਤਨ ਕੀਤਾ ਕਿ ਇਹ ਗੁਰਬਾਣੀ ਜਿਹੜੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੱਕ ਇਹ ਇਕੱਤਰ ਕੀਤੀ ਜਾਵੇ। ਉਸ ਦਾ ਕਾਰਨ ਕੀ ਸੀ ਕਿ ਸਮੇਂ ਅਨੁਸਾਰ ਪਿਰਥੀ ਚੰਦ ਜਿਹੜਾ ਸੀ ਗੁਰੂ ਘਰ ਦੇ ਵਿਰੋਧ ਦੇ ਵਿੱਚ ਹਰ ਵੇਲੇ ਤਤਪਰ ਰਹਿੰਦਾ ਸੀ ਕਿ ਜਿਵੇਂ ਕਿਵੇਂ ਵੀ ਹੋ ਸਕੇ, ਜਿਸ ਤਰ੍ਹਾਂ ਵੀ ਕਿਸ ਤਰ੍ਹਾਂ ਹੋ ਸਕੇ ਗੁਰੂ ਘਰ ਦਾ ਜਿਹੜਾ ਹੈ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੁਕਸਾਨ ਕਰ ਸਕਾਂ। ਹਰ ਇੱਕ ਯਤਨ ਕਰਦਾ ਹੈ। ਤੇ ਜਦੋਂ ਗੁਰੂ ਸਾਹਿਬ ਨੇ ਗੁਰਬਾਣੀ ਉਚਾਰਨ ਕੀਤੀ ਉਸ ਵਕਤ ਪਿਰਥੀ ਚੰਦ ਨੇ ਵੀ ਆਪਣੀਆਂ ਕਵਿਤਾਵਾਂ ਜਿਹੜੀਆਂ ਸੀ ਉਹ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਆਪਣੇ ਮੇਹਰ ਚੰਦ ਪੁੱਤਰ ਦੇ ਰਾਹੀਂ ਕਈ ਤਰ੍ਹਾਂ ਦੀ ਬਾਣੀ ਜਿਹੜੀ ਸੀ ਉਹ ਕੱਚੀ ਲਿਖਣੀ ਸ਼ੁਰੂ ਕਰ ਦਿੱਤੀ। ਤੇ ਉਸ ਸਮੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ, ਭਾਈ ਗੁਰਦਾਸ ਜੀ ਦੇ ਨਾਲ ਵਿਚਾਰ ਕੀਤੀ ਵੀ ਆਉਣ ਵਾਲੇ ਸਮੇਂ ਦੇ ਅੰਦਰ ਮੀਣੀਏ ਜਿਹੜੇ ਨੇ ਇਹ ਗੁਰਬਾਣੀ ਦੇ ਅੰਦਰ ਰਲਾ ਪਾ ਦੇਣਗੇ। ਇਸ ਕਰਕੇ ਸਾਨੂੰ ਜੋ ਨਿਰੰਕਾਰ ਦੀ ਸੱਚੀ ਬਾਣੀ ਹੈ ਉਹਨੂੰ ਇਕੱਤਰ ਕੀਤਾ ਜਾਵੇ। ਤੇ ਉਸ ਵਕਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਸਾਹਿਬ ਨੇ ਪੁੱਛਿਆ, ਮਹਾਰਾਜ ਉਹ ਗੁਰਬਾਣੀ ਕਿੱਥੇ ਹੈ, ਉਹਨੂੰ ਕਿਸ ਤਰੀਕੇ ਦੇ ਨਾਲ ਇਕੱਤਰ ਕੀਤਾ ਜਾਵੇ। ਤੇ ਸਤਿਗੁਰਾਂ ਨੇ ਦੱਸਣਾ ਕੀਤਾ ਬਹੁਤ ਸਾਰੀਆਂ ਪੋਥੀਆਂ ਜਿਹੜੀਆਂ ਨੇ ਉਹ ਸਾਡੇ ਮਾਮਾ ਜੀ ਦੇ ਕੋਲ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਪਈਆਂ ਨੇ, ਮੋਹਨ ਜੀ ਦੇ ਕੋਲ, ਉਹ ਲਿਆਂਦੀਆਂ ਜਾਣ। ਔਰ ਉਸ ਵਕਤ ਭਾਈ ਗੁਰਦਾਸ ਜੀ ਇਸ ਕਾਰਜ ਨੂੰ ਬੜਾ ਉੱਤਮ ਸਮਝਦੇ ਹੋਏ ਕਹਿਣ ਲੱਗੇ, ਮਹਾਰਾਜ ਮੈਨੂੰ ਆਗਿਆ ਬਖਸ਼ੋ, ਮੈਂ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਾ ਕਰਕੇ ਮੈਂ ਉਹ ਗੁਰੂ ਸਾਹਿਬਾਨਾਂ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਜਿਹੜੀ ਇਹ ਪੋਥੀਆਂ
ਉਹਨਾਂ ਨੂੰ ਮੈਂ ਲੈ ਕੇ ਆਵਾਂ। ਭਾਈ ਗੁਰਦਾਸ ਜੀ ਗਏ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਾ ਕੇ ਬਾਬਾ ਮੋਹਨ ਜੀ ਦੇ ਕੋਲੋਂ ਪੋਥੀਆਂ ਲੈਣ ਦਾ ਯਤਨ ਕੀਤਾ ਤੇ ਬਾਬਾ ਮੋਹਨ ਜੀ ਚੁਬਾਰੇ ਦੇ ਵਿੱਚ ਨਿਰੰਕਾਰ ਦੇ ਰੰਗਾਂ ਦੇ ਵਿੱਚ ਰੰਗੇ ਹੋਏ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਲੱਗੇ ਹੋਏ ਨੇ ਔਰ ਬੜਾ ਯਤਨ ਕੀਤਾ ਉਹਨਾਂ ਦੀ ਸਮਾਧੀ ਖੋਲਣ ਦਾ, ਪਰ ਕਿਸੇ ਤਰੀਕੇ ਨਾਲ ਸਫਲ ਨਾ ਹੋ ਸਕੇ। ਅਖੀਰ ਵਾਪਸ ਖਾਲੀ ਹੱਥ ਆ ਗਏ। ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆ ਕਰਕੇ ਦੱਸਣਾ ਕੀਤਾ ਸੱਚੇ ਪਾਤਸ਼ਾਹ ਬਾਬਾ ਮੋਹਨ ਜੀ ਦੀ ਸਮਾਧੀ ਜਿਹੜੀ ਹੈ ਉਹ ਖੁੱਲੀ ਨਹੀਂ, ਇਸ ਕਰਕੇ ਮੈਂ ਖਾਲੀ ਆ ਗਿਆ। ਦੂਸਰੇ ਦਿਨ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਆਗਿਆ ਬਖਸ਼ੋ, ਮੈਂ ਜਾ ਕੇ ਇਹ ਪੋਥੀਆਂ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਦੀਆਂ ਲੈ ਕੇ ਆਵਾਂਗਾ। ਸਤਿਗੁਰਾਂ ਨੇ ਆਗਿਆ ਬਖਸ਼ੀ। ਬਾਬਾ ਬੁੱਢਾ ਸਾਹਿਬ ਗਏ ਜਾ ਕੇ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬੜਾ ਯਤਨ ਕੀਤਾ ਕਿ ਜਿਸ ਤਰੀਕੇ ਦੇ ਨਾਲ ਵੀ ਹੋ ਸਕੇ ਤੇ ਮੈਂ ਪੋਥੀਆਂ ਲੈ ਕੇ ਜਾਵਾਂ, ਇਹ ਉੱਤਮ ਕਾਰਜ ਜਿਹੜਾ ਮੈਂ ਆਪਣੇ ਹੱਥੀ ਕਰ ਸਕਾਂ। ਪਰ ਇਹ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਯਤਨਾਂ ਦੇ ਨਾਲ ਬਾਬਾ ਮੋਹਨ ਜੀ ਦੀ ਬਿਰਤੀ ਨਾ ਖੁੱਲੀ ਤੇ ਵਾਪਸ ਖਾਲੀ ਹੱਥ ਆ ਗਏ। ਆ ਕੇ ਕਹਿਣ ਲੱਗੇ ਮਹਾਰਾਜ ਬਾਬਾ ਮੋਹਨ ਜੀ ਦੀ ਜਿਹੜੀ ਬਿਰਤੀ ਲੱਗੀ ਹੋਈ ਹੈ ਨਾ ਉਹ ਨਹੀਂ ਖੁੱਲ ਰਹੀ। ਤੇ ਇਸ ਤੋਂ ਉਪਰੰਤ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਸਮੇਤ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਜਿੱਥੇ ਬਾਬਾ ਮੋਹਨ ਜੀ ਦੀ ਸਮਾਧੀ ਲੱਗੀ ਹੋਈ ਹੈ ਉਥੇ ਗਲੀ ਦੇ ਵਿੱਚ ਬੈਠ ਕੇ ਸਿਰੰਦਾ ਹੱਥ ਦੇ ਵਿੱਚ ਫੜ ਕੇ ਸੰਗਤਾਂ ਦੇ ਨਾਲ ਗੁਰਬਾਣੀ ਪੜ੍ਹੀ। ਜੋ ਗੁਰਬਾਣੀ ਗੌੜੀ ਰਾਗ ਦੇ ਅੰਦਰ ਸ਼ਬਦ ਹੈ ਮੋਹਣ ਤੇਰੇ ਉੱਚੇ ਮੰਦਰ, ਕਹਿਣ ਦਾ ਭਾਵ ਸੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਨਿਰੰਕਾਰ ਨੂੰ ਸੰਬੋਧਨ ਕਰਕੇ ਇਹ ਸ਼ਬਦ ਉਚਾਰਨ ਕੀਤਾ। ਔਰ ਜਦੋਂ ਸ਼ਬਦ ਦੀ ਸਮਾਪਤੀ ਹੋਈ ਬਾਬਾ ਮੋਹਨ ਜੀ ਦੇ ਸਮਾਧੀ ਖੁੱਲੀ ਤੇ ਆਏ ਆ ਕੇ ਕਹਿਣ ਲੱਗੇ ਅਰਜਨ ਦੇਵ ਜੀ ਕਿਸ ਕਾਰਨ ਤੁਸੀਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ ਹੋ? ਹੱਥ ਜੁੜ ਗਏ, ਕਹਿਣ ਲੱਗੇ ਐ ਮਹਾਪੁਰਸ਼ੋ ਮੈਂ ਸਤਿਗੁਰਾਂ ਦੀ ਗੁਰਬਾਣੀ ਦੀਆਂ ਪੋਥੀਆਂ ਲੈਣ ਵਾਸਤੇ ਆਪ ਜੀ ਦੇ ਕੋਲੋਂ ਆਇਆ ਹਾਂ ਔਰ ਮੇਰੀ ਨਮਸਕਾਰ ਕਬੂਲ ਕਰੋ। ਤੇ ਬਾਬਾ ਮੋਹਨ ਜੀ ਕਹਿਣ ਲੱਗੇ ਇੰਨਾ ਕਾਰਨਾ ਇੰਨੀ ਨਿਮਰਤਾ ਦੇ ਕਾਰਨ ਤੁਸੀਂ ਗੁਰਗੱਦੀ ਦੇ ਮਾਲਕ ਬਣੇ ਹੋ ਤੇ ਮੈਨੂੰ ਸਤਿਗੁਰਾਂ ਨੇ ਹੁਕਮ ਕੀਤਾ ਸੀ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਆਉਣ ਉਹਨਾਂ ਨੂੰ ਇਹ ਪੋਥੀਆਂ ਜਿਹੜੀਆਂ ਨੇ ਗੁਰਬਾਣੀ ਦੀਆਂ ਇਹ ਸੌਂਪ ਦੇਣੀਆਂ। ਲਓ ਤੁਸੀਂ ਇਹ ਪੋਥੀਆਂ ਨੂੰ ਲੈ ਕੇ ਜਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਉਥੇ ਪਾਲਕੀ ਦੀ ਤਿਆਰੀ ਕਰਵਾਈ ਔਰ ਉਸ ਪਾਲਕੀ ਦੇ ਅੰਦਰ ਸੰਗਤਾਂ ਦੇ ਮਨ ਦੇ ਵਿੱਚ ਆਇਆ ਕਿ ਹੋ ਸਕਦਾ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਪੋਥੀਆਂ ਨੂੰ ਪਾਲਕੀ ਦੇ ਵਿੱਚ ਲੈ ਕੇ ਬੈਠਣਗੇ ਤੇ ਪਾਲਕੀ ਦੇ ਵਿੱਚ ਸੁਸ਼ੋਭਿਤ ਹੋ ਕੇ ਇਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਜਾਣਦੇ। ਪਰ ਐਸਾ ਨਹੀਂ ਹੋਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਗੁਰਬਾਣੀ ਦੀਆਂ ਪੋਥੀਆਂ ਜਿਹੜੀਆਂ ਸਨ ਉਹ ਪਾਲਕੀ ਦੇ ਵਿੱਚ ਸੁਸ਼ੋਭਿਤ ਕਰਕੇ ਆਪ ਸਤਿਗੁਰੂ ਜੀ ਗੁਰਬਾਣੀ ਦੇ ਸ਼ਬਦ ਸੰਗਤਾਂ ਸਮੇਤ ਗਾਉਂਦੇ ਹੋਏ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚੇ ਨੇ ਔਰ ਉੱਥੇ ਪਹੁੰਚ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਬਾ ਬੁੱਢਾ ਜੀ ਹੈ ਭਾਈ ਗੁਰਦਾਸ ਜੀ ਇਸ ਤੋਂ ਉਪਰੰਤ ਇੱਕ ਗ੍ਰੰਥ ਜਿਹੜਾ ਹੈ ਉਹਨੂੰ ਤਿਆਰ ਕੀਤਾ ਜਾਵੇ, ਗੁਰਬਾਣੀ ਸਾਰੀ ਇਕੱਤਰ ਕੀਤੀ ਜਾਵੇ। ਥਾਂ ਚੁਣਿਆ ਗਿਆ ਰਾਮਸਰ ਸਰੋਵਰ ਦਾ ਕੰਢਾ ਔਰ ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿਰਾਜਮਾਨ ਹੋ ਕੇ ਗੁਰਬਾਣੀ ਦਾ ਉਚਾਰਨ ਕਰਦੇ ਨੇ ਤੇ ਭਾਈ ਗੁਰਦਾਸ ਜੀ ਜਿਹੜੇ ਨੇ ਉਸ ਨੂੰ ਗੁਰਬਾਣੀ ਨੂੰ ਲਿਖ ਰਹੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਲਿਖਾਈ ਗਏ ਔਰ ਉਹ ਜਿੱਥੋਂ ਵੀ ਕਿਤੋਂ ਗੁਰਬਾਣੀ ਦੀਆਂ ਪੋਥੀਆਂ ਮਿਲੀਆਂ ਔਰ ਉਹਨਾਂ ਭਗਤ ਸਾਹਿਬਾਨਾਂ ਦੀਆਂ ਗੁਰਬਾਣੀ ਦੀਆਂ ਪੋਥੀਆਂ ਮਿਲੀਆਂ ਜਿਹੜੇ ਪ੍ਰਮਾਤਮਾ ਦੇ ਨਾਲ ਅਭੇਦ ਹੋਏ ਸਨ, ਇੱਕਮਿਕ ਹੋਏ ਸਨ, ਜਿਨ੍ਹਾਂ ਦੀ ਪ੍ਰਥਾਏ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਉਚਾਰਨ ਕਰਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਸ਼ੀਪਰੋ ਹੋਇਓ ਲੋਖੀਨਾ ਬੋਲਣਾ ਤਲਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ
रविदास ढवंता ढोर नीत तिन त्यागी माया, प्रगट हुआ साध संग हर दर्शन पाया। सैन नाई बुतकारिया ओ घर कर सुनिया, हिरदे बसिया पार ब्रह्म भगता मैं गणिया। ਇਹ ਬਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਐਸੇ ਜਿਹੜੇ ਉਸ ਸਮੇਂ ਦੀ ਜਾਂ ਉਸ ਤੋਂ ਪਹਿਲੇ ਸਮੇਂ ਦੀ ਵਿੱਚ ਭਗਤ ਸਹਿਬਾਨ ਸਨ, ਔਰ ਜਿਨ੍ਹਾਂ ਨੂੰ ਜਾਤ ਪਾਤ ਕਰਕੇ ਨਿੰਦਿਆ ਜਾਂਦਾ ਸੀ। ਉੱਚੀਆਂ ਜਾਤਾਂ ਵਾਲੇ ਜਿਹੜੇ ਨੇ ਉਹ ਨੇੜੇ ਨਹੀਂ ਸਨ ਢੁਕਣ ਦਿੰਦੇ, ਨੇੜੇ ਬੈਠਦੇ ਨਹੀਂ ਸਨ। ਐਸੇ ਭਗਤ ਸਹਿਬਾਨਾਂ ਨੂੰ ਜਿਹੜੇ ਪ੍ਰਮਾਤਮਾ ਨਾਲ ਅਭੇਦ ਹੋਏ ਸਨ, ਜਾਤ ਪਾਤ ਦਾ ਕੋਈ ਵੰਡ ਵਖਰੇਵਾ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਾਰੇ ਭਗਤਾਂ ਨੂੰ ਇੱਕ ਲੜੀ ਦੇ ਵਿੱਚ ਪਰੋ ਦਿੱਤਾ, ਕਿਉਂਕਿ ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੀ। ਨੀਚਾਂ ਅੰਦਰ ਨੀਚ ਜਾਤ, ਜਿਨ੍ਹਾਂ ਨੂੰ ਦੁਨੀਆ ਦੇ ਲੋਕ ਉੱਚੀਆਂ ਜਾਤਾਂ ਵਾਲੇ, ਅਖੌਤੀ ਉੱਚੀਆਂ ਜਾਤਾਂ ਵਾਲੇ ਜਿਹੜੇ ਨੀਵਾਂ ਕਹਿੰਦੇ ਸਨ, ਉਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਨੇ ਬੜਾ ਉੱਚਾ ਚੱਕਣਾ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਫਲਸਫਾ ਸੀ, ਹੁਕਮ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਏਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਸਾਰੇ ਭਗਤ ਸਹਿਬਾਨਾਂ, ਤਕਰੀਬਨ 15 ਭਗਤ ਸਹਿਬਾਨਾਂ ਦੀ ਗੁਰਬਾਣੀ ਨੂੰ ਤਰਤੀਬਵਾਰ ਗੁਰਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਪਰੋਣਾ ਕੀਤਾ। ਔਰ ਪਰੋਣ ਉਪਰੰਤ ਜਦੋਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਸਾਰੀ ਇਕੱਤਰਤਾ ਹੋ ਗਈ। ਇਕੱਤਰਤਾ ਹੋਣ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਲਾਹ ਕਰਨੀ ਕੀਤੀ ਮੁੱਖ ਸਿੱਖਾਂ ਦੇ ਨਾਲ, ਜਿਨ੍ਹਾਂ ਦੇ ਵਿੱਚ ਭਾਈ ਗੁਰਦਾਸ ਜੀ ਔਰ ਬਾਬਾ ਬੁੱਢਾ ਸਾਹਿਬ ਜੀ, ਹੋਰ ਜਿਹੜੇ ਸਤਿਗੁਰਾਂ ਦੇ ਪਿਆਰੇ ਸਿੱਖ ਸਨ। ਵਿਚਾਰ ਕੀਤੀ ਵੀ ਇਹ ਗ੍ਰੰਥ ਹੈ, ਇਹਨੂੰ ਆਪਾਂ ਕਿਤੇ ਸੁਸ਼ੋਭਿਤ ਕਰਨਾ ਹੈ, ਤੇ ਵਿਚਾਰ ਹੋਈ ਹਰਮੰਦਰ ਸਾਹਿਬ ਦੇ ਅੰਦਰ ਇਹਨੂੰ ਸੁਸ਼ੋਭਿਤ ਕੀਤਾ ਜਾਵੇ। ਔਰ ਜਦੋਂ ਵਿਚਾਰਾਂ ਹੋਈਆਂ, ਦਿਨ ਮੁਕਰਰ ਕੀਤਾ ਗਿਆ, ਰਾਮਸਰ ਤੋਂ ਇਹ ਗ੍ਰੰਥ ਜਿਹੜਾ ਸੀ ਲਿਜਾਉਣ ਵਾਸਤੇ ਤਿਆਰੀ ਕੀਤੀ ਗਈ। ਔਰ ਉਸ ਵਕਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਨੂੰ ਚੁਣਿਆ ਹੈ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ। ਤੇ ਉਸ ਵਕਤ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸੀ ਸਵਾਰਾ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਤੇ ਕੀਤਾ ਗਿਆ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਗੁਰਬਾਣੀ ਦੇ ਉੱਤੇ ਚੌਰ ਕਰ ਰਹੇ ਨੇ। ਔਰ ਉਸ ਵਕਤ ਭਾਈ ਗੁਰਦਾਸ ਜੀ ਲੈ ਕੇ ਆਪਣੇ ਹੱਥ ਦੇ ਵਿੱਚ ਛਤਰ ਜਿਹੜਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਕਰ ਰਹੇ ਨੇ। ਇਸੇ ਤਰ੍ਹਾਂ ਸਿੱਖ ਸੰਗਤਾਂ ਗੁਰਬਾਣੀ ਦੇ ਸ਼ਬਦ ਗਾਉਂਦੀਆਂ ਹੋਈਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ। ਉਸ ਵਕਤ ਸੰਮਤ 1660 ਦੇ ਵਿੱਚ ਜਾਂ 61 ਦੇ ਵਿੱਚ ਦਰਮਿਆਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰਮੰਦਰ ਸਾਹਿਬ ਦੇ ਅੰਦਰ ਅੱਜ ਦੇ ਦਿਨ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਕੀਤਾ। ਔਰ ਗ੍ਰੰਥੀ ਸੁਣਿਆ, ਗ੍ਰੰਥੀ ਜਿਹੜਾ ਸੀ ਉਹ ਚੁਣਿਆ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਇਸ਼ਾਰਾ ਕੀਤਾ, ਹੁਕਮ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਬਾਬਾ ਬੁੱਢਾ ਜੀ ਆਵਾਜ਼ਾ ਲਵੋ, ਹੁਕਮਨਾਮਾ ਲਵੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਹੁਕਮਨਾਮਾ ਲਿਆ ਗਿਆ, ਹੁਕਮਨਾਮਾ ਆਇਆ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਹੁਕਮਨਾਮਾ ਆਇਆ। ਸਾਰਾ ਦਿਨ ਗੁਰਬਾਣੀ ਦੇ ਪ੍ਰਵਾਹ ਚੱਲਦੇ ਰਹੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਹਰਮੰਦਰ ਸਾਹਿਬ ਦੇ ਅੰਦਰ ਵਿਰਾਜਮਾਨ ਸਨ, ਉਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਵਿਰਾਜਮਾਨ ਸਨ। ਸਿੱਖ ਸੰਗਤਾਂ ਦਰਸ਼ਨ ਕਰਦੀਆਂ, ਆਪਣਾ ਜੀਵਨ ਸਫਲਾ ਕਰਦੀਆਂ। ਔਰ ਸ਼ਾਮ ਦਾ ਸਮਾਂ ਹੋਇਆ, ਸਲਾਹ ਕੀਤੀ ਗਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਪੁੱਛਣ ਲੱਗੇ, ਮਹਾਰਾਜ ਇਹ ਪੋਥੀ ਸਾਹਿਬ ਨੂੰ ਆਪਾਂ ਕਿੱਥੇ ਅੰਮ੍ਰਿਤ ਵੇਲੇ ਜਿਵੇਂ ਪ੍ਰਕਾਸ਼ ਹੋਵੇਗਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਹੋਏਗਾ, ਸ਼ਾਮ ਦੇ ਸਮੇਂ ਇਹ ਪੋਥੀ ਸਾਹਿਬ ਦਾ ਜਿਹੜਾ ਸੁਖ ਆਸਨ ਕੀਤਾ ਜਾਏਗਾ। ਯਾਦ ਰੱਖਣਾ, ਦੁਨੀਆ ਦੇ ਵਿੱਚ ਕੇਵਲ ਤੇ ਕੇਵਲ ਇੱਕੋ ਇੱਕ ਗ੍ਰੰਥ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ
ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਪ੍ਰਕਾਸ਼ ਕੀਤਾ ਜਾਂਦਾ ਹੈ, ਰਾਤ ਦੇ ਵੇਲੇ ਸੁਖ ਆਸਨ ਕੀਤਾ ਜਾਂਦਾ ਹੈ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਜੀ ਇਸ ਗ੍ਰੰਥ ਦਾ ਸੁਖ ਆਸਨ ਜਿਹੜਾ ਕੋਠਾ ਸਾਹਿਬ ਦੇ ਵਿੱਚ ਕੀਤਾ ਜਾਵੇਗਾ, ਜਿਹਨੂੰ ਆਪਾਂ ਅੱਜ ਅਕਾਲ ਤਖਤ ਸਾਹਿਬ ਕਹਿੰਦੇ ਹਾਂ। ਅੱਜ ਵੀ ਉਹ ਪਰੰਪਰਾ, ਉਹ ਮਰਿਆਦਾ ਜਾਰੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਵਾਰੀ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਦੇ ਵਿੱਚ ਆਉਂਦੀ ਹੈ। ਉਸ ਵਕਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਾਮ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਸੇ ਤਰ੍ਹਾਂ ਸ਼ਬਦਾਂ ਦੇ ਨਾਲ ਗੁਰਬਾਣੀ ਗਾਉਂਦਿਆਂ ਹੋਇਆਂ ਕੋਠਾ ਸਾਹਿਬ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਪਲੰਘੇ ਦੇ ਉੱਤੇ ਗੁਰਬਾਣੀ ਦਾ ਜਿਹੜਾ ਸੀ ਉਹ ਸੁਖ ਆਸਨ ਕਰਾਇਆ। ਤੇ ਭਾਈ ਗੁਰਦਾਸ ਜੀ ਪੁੱਛਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸਣਾ ਕਰੋ, ਆਪ ਜੀ ਕਿੱਥੇ ਹੁਣ ਵਿਸ਼ਰਾਮ ਕਰਿਆ ਕਰੋਗੇ? ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਆਪ ਜੀ ਦੀ ਆਗਿਆ ਹੋਵੇ, ਜਿੱਥੇ ਇਹ ਕੋਠਾ ਸਾਹਿਬ ਦੇ ਅੰਦਰ ਪੋਥੀ ਪਰਮੇਸ਼ਰ ਦਾ ਥਾਨ ਬਣਿਆ ਹੈ, ਇਸ ਪਲੰਘੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਖ ਆਸਨ ਕੀਤਾ, ਤੇ ਇੱਕ ਪਲੰਘ ਆਪ ਜੀ ਦੇ ਨਾਲ ਹੋਰ ਲਾ ਦਈਏ, ਉਹਦੇ ਉੱਤੇ ਆਪ ਆਰਾਮ ਕਰਿਆ ਕਰੋਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਕਮਾਲ ਦੇ ਵਚਨ ਕਹੇ, ਪੱਲੇ ਬੰਨਣ ਵਾਲੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਇਹ ਧੁਰ ਕੀ ਬਾਣੀ ਹੈ, ਇਹ ਨਿਰੰਕਾਰ ਦੀ ਬਾਣੀ ਹੈ। ਵਾਹ ਵਾਹ, ਬਾਣੀ ਨਿਰੰਕਾਰ ਹੈ ਤੇ ਸਜੀਵੜ ਅਵਰ ਨਾ ਕੋਈ। ਬਾਬਾ ਬੁੱਢਾ ਸਾਹਿਬ ਜੀ ਸਾਡੀ ਹੈਸੀਅਤ ਨਹੀਂ ਹੈ ਕਿ ਅਸੀਂ ਇਸ ਧੁਰ ਕੀ ਬਾਣੀ ਹੈ, ਨਿਰੰਕਾਰ ਦਾ ਰੂਪ ਗੁਰਬਾਣੀ ਦੇ ਬਰਾਬਰ ਅਸੀਂ ਵਿਸ਼ਰਾਮ ਕਰ ਸਕੀਏ। ਤੇ ਮਹਾਰਾਜ ਫਿਰ ਤੁਸੀਂ ਕਿੱਥੇ ਵਿਸ਼ਰਾਮ ਕਰੋਗੇ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਇੱਥੇ ਭੁੰਜੇ ਹੀ ਆਰਾਮ ਕਰਿਆ ਕਰਾਂਗੇ। ਸਤਿਗੁਰੂ ਜੀ ਭੁੰਜੇ ਆਰਾਮ ਕਰਿਆ ਕਰੋਗੇ? ਕਹਿਣ ਲੱਗੇ ਹਾਂ। ਮਹਾਰਾਜ ਇੰਜ ਨਾ ਕਰੋ, ਸਾਡੀ ਬੇਨਤੀ ਹੈ ਕੁਛ ਨਾ ਕੁਛ ਭੁੰਜੇ ਜ਼ਰੂਰ ਵਿਛਾਓ, ਤਾਂ ਜੋ ਆਪ ਜੀ ਦੇ ਸਰੀਰ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਸਿੱਖ ਸੰਗਤਾਂ ਦੀ ਬੇਨਤੀ ਕਰਨ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਚਾਦਰ ਵਿਛਾਉਣੀ ਜਿਹੜੀ ਕੀਤੀ। ਅੱਜ ਵੀ ਜਦੋਂ ਆਪਾਂ ਜਾਂਦੇ ਆ ਨਾ ਅਕਾਲ ਤਖਤ ਸਾਹਿਬ ਦੇ ਅੰਦਰ, ਅੱਜ ਵੀ ਉਹ ਮਰਿਆਦਾ ਕਾਇਮ ਹੈ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਖ ਆਸਨ ਹੁੰਦਾ ਹੈ, ਉਹਦੇ ਥੱਲੇ ਚਾਦਰ ਵਿਛੀ ਹੋਈ ਹੈ। ਉਹ ਅੱਜ ਤੱਕ ਵੀ ਮਰਿਆਦਾ ਜਿਹੜੀ ਹੈ ਕਾਇਮ ਕੀਤੀ ਜਾਂਦੀ ਹੈ। ਇੱਥੇ ਇੱਕ ਵਿਚਾਰ ਆਉਂਦੀ ਹੈ ਮਨ ਦੇ ਵਿੱਚ, ਅਜੋਕੇ ਸਮੇਂ ਦੇ ਅੰਦਰ ਵੇਖਣ ਨੂੰ ਬਹੁਤ ਕੁਝ ਮਿਲਦਾ ਹੈ। ਵੇਖੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਗੁਰਬਾਣੀ ਦਾ ਕਿੰਨਾ ਸਤਿਕਾਰ ਹੈ। ਅਜੇ ਭਣ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ ਪ੍ਰਤੱਖ ਪ੍ਰਮਾਤਮਾ ਦਾ ਰੂਪ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਫੇਰ ਵੀ ਗੁਰਬਾਣੀ ਦੇ ਬਰਾਬਰ ਉਹਨਾਂ ਨੇ ਆਪਣਾ ਜਿਹੜਾ ਸੁਖ ਆਸਨ ਸੀ ਉਹ ਨਹੀਂ ਲਾਉਣਾ ਕੀਤਾ, ਭੁੰਜੇ ਲਾਇਆ। ਅੱਜ ਦੇ ਸਮੇਂ ਦੇ ਅੰਦਰ ਵੇਖਣ ਨੂੰ ਮਿਲਦਾ ਕਈ ਅਖੌਤੀ ਸਾਧ ਦੇਹਧਾਰੀ ਜਿਹੜੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਰਾਬਰ ਗੱਦੀਆਂ ਲਾ ਕੇ ਬਹਿੰਦੇ ਨੇ, ਜਿਹੜੀ ਬੜੀ ਹੀ ਨਮੋਸ਼ੀ ਵਾਲੀ ਗੱਲ ਹੈ, ਬੜੀ ਸ਼ਰਮ ਵਾਲੀ ਗੱਲ ਹੈ। ਬੜਾ ਦੁੱਖ ਮਹਿਸੂਸ ਹੁੰਦਾ ਜਦੋਂ ਇਸ ਤਰ੍ਹਾਂ ਸੁਣੀਦਾ। ਔਰ ਇਥੋਂ ਤੱਕ ਵੇਖਣ ਨੂੰ ਹੁਣ ਮਿਲਦਾ ਗੁਰੂ ਘਰਾਂ ਦੇ ਵਿੱਚ ਕੁਰਸੀਆਂ ਲੱਗ ਗਈਆਂ, ਗੁਰੂ ਘਰਾਂ ਦੇ ਵਿੱਚ ਬੈਂਚ ਲੱਗ ਗਏ, ਕਈ ਪ੍ਰਕਾਰ ਦੇ ਗੁਰੂ ਦੇ ਘਰ ਦੇ ਵਿੱਚ ਇਹੋ ਜੀਆਂ ਚੀਜ਼ਾਂ ਰੱਖੀਆਂ ਗਈਆਂ ਜਿਹੜੀਆਂ ਵੇਖ ਕੇ ਬੜਾ ਵੱਡਾ ਦੁੱਖ ਹੁੰਦਾ ਹੈ। ਵੇਖੋ ਕਦੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਰਚੇਤਾ, ਗੁਰਬਾਣੀ ਨੂੰ ਇਕੱਤਰ ਕਰਨ ਵਾਲੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨੂੰ ਇਕੱਤਰ ਕਰਨ ਵਾਲੇ, ਜਿਨ੍ਹਾਂ ਨੇ ਸਮਾਂ ਆਉਣ ਤੇ ਤਤੀਆਂ ਲੋਹਾਂ ਦੇ ਉੱਤੇ ਵੀ ਬੈਠਣਾ ਕੀਤਾ। ਜਦੋਂ ਇਹ ਗੱਲ ਕਰੀਦੀ ਹੈ ਨਾ ਕਿਸੇ ਦੇ ਨਾਲ, ਤੇ ਅੱਗੋਂ ਜਵਾਬ ਕੀ ਮਿਲਦਾ? ਉਹ ਤਾਂ ਗੁਰੂ ਸੀ, ਉਹ ਰੱਬ ਦਾ ਰੂਪ ਸੀ। ਜੇ ਉਹ ਤਤੀਆਂ ਲੋਹਾਂ ਤੇ ਬਹਿ ਸਕਦਾ ਤੇ ਅਸੀਂ ਭੁੰਜੇ ਨਹੀਂ ਬਹਿ ਸਕਦੇ। ਅਸੀਂ ਗੁਰਬਾਣੀ ਦਾ ਸਤਿਕਾਰ ਜਿਵੇਂ ਜਿਵੇਂ ਲੋਕ ਕਰਨਾ ਭੁੱਲਦੇ ਜਾ ਰਹੇ ਨੇ, ਉਵੇਂ ਉਵੇਂ ਸੰਸਾਰ ਦੁਖੀ ਹੋ ਰਿਹਾ ਹੈ। ਇਸ ਕਰਕੇ ਗੁਰਬਾਣੀ ਦਾ ਫਰਮਾਨ ਹੈ ਨਾ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਸਾਰਾ ਸੰਸਾਰ ਰੋਗੀ ਹੋ ਰਿਹਾ, ਜੇ ਮਾਨਸਿਕ ਕਰਕੇ ਵੀ ਰੋਗੀ ਹੋ ਰਿਹਾ ਹੈ ਔਰ ਸਰੀਰਕ ਕਰਕੇ ਵੀ ਰੋਗੀ ਹੋ ਰਿਹਾ ਹੈ, ਆਰਥਿਕ ਤੌਰ ਤੇ ਵੀ ਰੋਗੀ ਹੋ ਰਿਹਾ, ਪਰਿਵਾਰਕ ਤੌਰ ਤੇ ਵੀ ਰੋਗੀ ਹੋ ਰਿਹਾ। ਕਾਰਨ ਉਹਦਾ ਇਹੀ ਹੈ, ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਗੁਰਬਾਣੀ ਦੀ ਬਰਾਬਰਤਾ ਕਰਦੇ ਨੇ। ਜਿਹੜਾ ਬੜਾ ਵੱਡਾ ਦੁਖਾਂਤ ਆਉਣ ਵਾਲੇ ਸਮੇਂ ਦੇ ਅੰਦਰ ਹੋ ਸਕਦਾ ਹੈ, ਗੁਰੂ ਘਰਾਂ ਦੇ ਵਿੱਚ ਸੋਫੇ ਲੱਗ ਜਾਣ,
ਅਮੀਰ ਲੋਕ ਆ ਕੇ ਉਹਨਾਂ ਸੋਫਿਆਂ ਤੇ ਬੈਠ ਕੇ ਤੇ ਗੁਰਬਾਣੀ ਨੂੰ ਸੁਣਨ, ਔਰ ਸੁਣਨਾ ਕਾਹਦਾ ਹੈ? ਇੱਕ ਫਾਰਮੈਲਿਟੀਆਂ ਪੂਰੀਆਂ ਹੋਣ ਕਰਨਗੀਆਂ। ਇਸ ਕਰਕੇ ਆਪਣੇ ਆਪ ਨੂੰ ਜੇ ਗੁਰੂ ਦੇ ਸਮਰਪਿਤ ਕੀਤਾ ਹੈ ਤੇ ਆਪਣੇ ਆਪ ਨੂੰ ਪਛਾਣੀਏ, ਸਮੇਂ ਦੇ ਮੱਸੇ ਰੰਗੜ ਨਾ ਬਣੀਏ, ਗੁਰੂ ਦੇ ਸਿੱਖ ਬਣੀਏ, ਗੁਰਬਾਣੀ ਦਾ ਅਦਬ ਕਰੀਏ, ਗੁਰਬਾਣੀ ਦਾ ਸਤਿਕਾਰ ਕਰੀਏ। ਮੇਰੀ ਬੇਨਤੀ ਹੈ ਦੋਵੇਂ ਹੱਥ ਜੋੜ ਕੇ, ਜੇ ਆਪਣੇ ਆਪ ਨੂੰ ਸਿੱਖ ਅਖਵਾਉਣੇ ਆ ਤੇ ਗੁਰੂ ਘਰਾਂ ਦੇ ਵਿੱਚ ਕੁਰਸੀਆਂ ਜਾਂ ਬੈਂਚ ਵਗੈਰਾ ਨਾ ਲਾਈਏ। ਜਿੰਨਾ ਵੀ ਬੈਠਾ ਜਾਂਦਾ ਗੁਰੂ ਘਰ ਦੇ ਵਿੱਚ ਬੈਠ ਕੇ ਨਿਮਰਤਾ ਸਹਿਤ ਗੁਰਬਾਣੀ ਸੁਣੀਏ। ਜੇ ਅਸੀਂ ਗੁਰਬਾਣੀ ਦਾ ਸਤਿਕਾਰ ਕਰਾਂਗੇ, ਸੱਚ ਜਾਣਿਓ ਸਾਡਾ ਦੁਨੀਆ ਦੇ ਵਿੱਚ ਸਤਿਕਾਰ ਹੋਏਗਾ। ਜੇ ਗੁਰਬਾਣੀ ਦਾ ਨਿਰਾਦਰ ਕਰਾਂਗੇ, ਗੁਰਬਾਣੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੱਖ ਪ੍ਰਮਾਤਮਾ ਦਾ ਰੂਪ ਨੇ, ਜੇ ਇਹਦੀ ਬਰਾਬਰਤਾ ਕਰਾਂਗੇ ਤਾਂ ਸਾਡਾ ਦੁਨੀਆ ਦੇ ਅੰਦਰ ਵੀ ਨਿਰਾਦਰ ਹੋਏਗਾ। ਚੇਤੇ ਰੱਖਣਾ, ਇਸ ਕਰਕੇ ਗੁਰਬਾਣੀ ਨੂੰ ਗੁਰੂ ਸਮਝ ਕੇ ਇਹਦੇ ਨਾਲ ਜੁੜੀਏ। ਸਤਿਗੁਰੂ ਜੀ ਦਾ ਫਰਮਾਨ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਮਨੁੱਖਤਾ ਦਾ ਸਾਂਝਾ ਗੁਰੂ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਇੱਥੇ ਕੋਈ ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਜੈਨੀ ਆਵੇ, ਬੋਧੀ ਆਵੇ, ਕਿਸੇ ਵੀ ਧਰਮ ਨਾਲ ਸੰਬੰਧਿਤ ਆਵੇ, ਤੇ ਸਤਿਗੁਰੂ ਜੀ ਕਹਿੰਦੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਸਤਿਗੁਰੂ ਦਾ ਸੁਭਾਅ ਹੀ ਐਸਾ ਹੈ, ਜਿਹੜਾ ਵੀ ਇਹਦੀ ਸ਼ਰਨ ਵਿੱਚ ਆਉਂਦਾ ਹੈ ਉਹਨੂੰ ਆਪਣੇ ਗਲ ਦੇ ਨਾਲ ਲਾਉਂਦਾ ਹੈ। ਕਿਸੇ ਜਾਤ ਪਾਤ ਭਿੰਨ ਭੇਦ ਕਿਸੇ ਤਰੀਕੇ ਦੇ ਨਾਲ ਕਿਸੇ ਦਾ ਵੰਡ ਵਖਰੇਵਾ ਨਹੀਂ ਸਮਝਿਆ ਜਾਂਦਾ। ਇੱਥੇ ਮੁਸਲਮਾਨ ਆਉਂਦਾ ਹੈ, ਉਹਨੂੰ ਵੀ ਗੁਰਬਾਣੀ ਉਪਦੇਸ਼ ਦਿੰਦੀ ਹੈ। ਇੱਥੇ ਕੋਈ ਹਿੰਦੂ ਵੀਰ ਆਉਂਦਾ ਹੈ, ਉਹਨੂੰ ਵੀ ਗੁਰਬਾਣੀ ਉਪਦੇਸ਼ ਦਿੰਦੀ ਹੈ। ਕਿਸੇ ਵੀ ਧਰਮ ਦਾ ਇਸ ਗੁਰੂ ਘਰ ਦੇ ਵਿੱਚ ਆਵੇ, ਇੱਥੇ ਅੱਲਾਹ ਦੀ ਆਵਾਜ਼ ਵੀ ਆਉਂਦੀ ਹੈ, ਇੱਥੇ ਰਾਮ ਰਾਮ ਦੀ ਆਵਾਜ਼ ਵੀ ਆਉਂਦੀ ਹੈ। ਕਬੀਰ ਅੱਲਾਹ ਕੀ ਕਰ ਬੰਦਗੀ, ਜੇ ਸਿਮਰਤ ਦੁੱਖ ਜਾਏ। ਇਹ ਤੋਂ ਰਾਮ ਰਾਮ ਦੀ ਆਵਾਜ਼ ਆਉਂਦੀ ਹੈ, ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਰਾ ਲੋਭ ਕਰਤ ਹੈ, ਆਜ ਕਾਲੇ ਉੱਠ ਜਾਏਗਾ। ਇਥੋਂ ਆਵਾਜ਼ ਆਉਂਦੀ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਹੇ। ਇਥੋਂ ਹਰ ਇੱਕ ਨੂੰ, ਇਥੋਂ ਗੋਬਿੰਦ ਦੀ ਆਵਾਜ਼ ਆਉਂਦੀ ਹੈ, ਇੱਥੇ ਬੀਠਲ ਬੀਠਲ ਦੀ ਆਵਾਜ਼ ਆਉਂਦੀ ਹੈ, ਇੱਥੇ ਹਰ ਤਰੀਕੇ ਦੀ ਆਵਾਜ਼ ਆਉਂਦੀ ਹੈ। ਪਰਮਾਤਮਾ ਨੂੰ ਕਿਸੇ ਵੀ ਨਾਮ ਦੇ ਨਾਲ ਪੁਕਾਰ ਲਵੋ, ਪਰ ਤੁਹਾਡਾ ਅੰਦਰਾ ਹਿਰਦਾ ਜਿਹੜਾ ਹੈ ਉਹ ਸ਼ੁੱਧ ਹੋਣਾ ਚਾਹੀਦਾ ਹੈ, ਪਰਮਾਤਮਾ ਨਾਲ ਪ੍ਰੀਤ ਹੋਣੀ ਚਾਹੀਦੀ ਹੈ। ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੀ ਮਨੁੱਖਤਾ ਦਾ ਸਾਂਝਾ ਗੁਰੂ ਹੈ। ਕੋਈ ਵੀ ਇਹਦੇ ਚਰਨਾਂ ਦੇ ਨਾਲ ਜੁੜ ਕੇ, ਗੁਰਬਾਣੀ ਦੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਸਫਲਾ ਕਰ ਸਕਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਆਪ ਜਪੋ ਅਵਰਹ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ। ਅਸੀਂ ਵੀ ਯਤਨ ਕਰੀਏ ਗੁਰਬਾਣੀ ਦੇ ਨਾਲ ਜੁੜ ਕੇ, ਆਪਣੇ ਇਸ ਸ਼ਬਦ ਗੁਰੂ ਦੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਸਫਲਾ ਬਣਾਈਏ। ਸੋ ਇਤਨੀਆਂ ਕੋ ਬੇਨਤੀਆਂ ਕਰਦੇ ਆਂ, ਬੇਅੰਤ ਹੋਈਆਂ ਭੁੱਲਾਂ ਸਤਿਗੁਰੂ ਬਖਸ਼ ਲੈਣਗੇ, ਸੁਮਤ ਬਖਸ਼ਣ, ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ। ਸੋ ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਕੋਟਨ ਕੋਟਾਨ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਕੋਟਨ ਕੋਟਾਨ ਵਧਾਈਆਂ ਹੋਣ ਜੀ। ਫਤਿਹ ਦੀ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।